ਹੈਲੋ ਸਟੂਡੈਂਟਸ, ਅਸੀਂ ਮਾਰਕਸਵਾਦ ਸਟੱਡੀ ਕਰਨ ਜਾ ਰਹੇ ਹਾਂ। ਪੋਲੀਟੀਕਲ ਸਾਇੰਸ 6th ਚੈਪਟਰ ਹੈ। ਅਸੀਂ ਇਸ ਨੂੰ ਬੁੱਕ ਤੋਂ ਪੜ੍ਹਨ ਤੋਂ ਪਹਿਲਾਂ ਮੈਂ ਜਸਟ ਤੁਹਾਨੂੰ ਐਕਸਪਲੇਨ ਕਰਦਾ ਕਿ ਮਾਰਕਸਵਾਦ ਹੈ ਕੀ ਆ ਸੰਖੇਪ ਦੇ ਵਿੱਚ। ਕਾਰਲ ਮਾਰਕਸ ਇਹਦਾ ਪਿਤਾਮਾ ਉਹਨੂੰ ਮੰਨਦੇ ਹਾਂ, ਜਿਹਨੇ ਵਿਗਿਆਨਕ ਤੌਰ 'ਤੇ ਮਾਰਕਸਵਾਦ ਅਤੇ ਸਮਾਜਵਾਦ ਵੀ ਇਹਨੂੰ ਕਹਿ ਦਿੰਦੇ ਅਸੀਂ। ਇਹਨੂੰ ਜਨਮ ਦੇਣ ਵਾਲਾ ਜਾਂ ਇਹਦਾ ਪਿਤਾਮਾ ਹੈ ਇਹਨੂੰ ਸਾਮਵਾਦ, ਸਮਾਜਵਾਦ, ਕਈ ਨਾਵਾਂ ਨਾਲ ਜਾਣਦੇ ਹਾਂ। ਸੋ ਕਾਰਲ ਮਾਰਕਸ ਦੀ ਥਿਊਰੀ ਕੀ ਸੀ? ਉਹ ਕਹਿੰਦਾ ਜਿਹੜਾ ਮਜ਼ਦੂਰ ਹੈ ਉਹ ਗਰੀਬ ਹੈ, ਉਹਦਾ ਸ਼ੋਸ਼ਣ ਹੋ ਰਿਹਾ। ਉਹਨੂੰ ਲੁੱਟ ਕੌਣ ਰਿਹਾ ਵਾ? ਪੂੰਜੀਪਤੀ। ਵੀ ਇਹ ਗਰੀਬੀ ਦਾ ਜ਼ਿੰਮੇਵਾਰ ਕੌਣ ਆ? ਪੂੰਜੀਪਤੀ, ਅਮੀਰ ਘਰਾਣੇ, ਵੱਡੇ ਲੋਕ ਜ਼ਿੰਮੇਵਾਰ ਆ ਗਰੀਬੀ ਲਈ। ਉਹਦਾ ਸਿਧਾਂਤ ਆ ਕਿ ਇੱਕ ਫੈਕਟਰੀ ਦੇ ਵਿੱਚ ਮਜ਼ਦੂਰ ਕੋਈ ਪ੍ਰੋਡਕਟ ਪੈਦਾ ਕਰਦਾ, ਉਹ ਮਿਹਨਤ ਕਰਦਾ, ਅਤੇ ਜਿਹੜਾ ਉਹਦਾ ਮੁਨਾਫਾ ਹੁੰਦਾ ਜੋ ਉਹਨੂੰ ਵੇਚ ਕੇ, ਉਹ ਜ਼ਿਆਦਾ ਮੁਨਾਫਾ ਪੂੰਜੀਪਤੀ ਆਪਣੇ ਕੋਲ ਰੱਖ ਲੈਂਦਾ। ਜਿਹੜਾ ਕੰਮ ਕੋਈ ਨਹੀਂ ਕਰਦਾ, ਜਸਟ ਉਹਨੇ ਪੈਸਾ ਲਾਇਆ ਵਾ, ਉਹਦੇ ਕੋਲ ਪੈਸਾ ਸੀ, ਉਹਨੇ ਫੈਕਟਰੀ ਲਾਤੀ ਹੈ, ਉਹ ਪ੍ਰੋਡਕਟ ਨੂੰ ਪੈਦਾ ਮਜ਼ਦੂਰ ਨੇ ਕੀਤਾ, ਪਰ ਮਜ਼ਦੂਰ ਨੂੰ ਉਹ ਉਨੀ ਕੁ ਦਿਹਾੜੀ ਦਿੰਦਾ ਵਾ ਕਿ ਉਹ ਜਿਉਂਦਾ ਰਹਿ ਸਕੇ, ਉਹਨੂੰ ਉਹ ਵਾਧੂ ਪ੍ਰੋਫਿਟ ਨਹੀਂ ਦਿੰਦਾ। ਇਹੀ ਕਾਰਨ ਹੈ ਉਹਦੇ ਮੁਤਾਬਕ ਗਰੀਬ ਹੋਣ ਦਾ, ਉਹਦਾ ਸ਼ੋਸ਼ਣ ਹੋ ਰਿਹਾ ਅਤੇ ਅਮੀਰ ਲੋਕ ਲੁੱਟ ਰਹੇ ਆ ਉਹਨੂੰ। ਸੋ ਉਹਦਾ ਸਿਧਾਂਤ ਸੀ ਕਿ ਇਹ ਰਾਜ ਇਹੋ ਜਿਹਾ ਹੋਵੇ ਕਿ ਜਿਹੜੇ ਸਾਰੇ ਅਮੀਰ ਆ, ਇਹਨਾਂ ਨੂੰ ਕੋਈ ਪਰਸਨ ਅਮੀਰ ਨਾ ਹੋਵੇ, ਕੋਈ ਮਾਲਕ ਨਾ ਹੋਵੇ। ਉਹਦਾ ਸਿਧਾਂਤ ਆ ਵੀ ਸਾਰੀ ਜਿਹੜੀ ਪ੍ਰੋਪਰਟੀ ਹੈ, ਕੋਈ ਫੈਕਟਰੀਆਂ ਨੇ, ਉਹ ਸਾਰੀਆਂ ਦੇਸ਼ ਦੀਆਂ ਹੋਣ, ਸਰਕਾਰ ਦੀਆਂ ਹੋਣ ਕਹਿ ਲਓ। ਉਹਦੇ ਵਿੱਚ ਦੇਸ਼ ਦੀਆਂ ਸਾਰੀ ਪ੍ਰੋਪਰਟੀ ਹੋਵੇ, ਸਾਰੀ ਫੈਕਟਰੀਆਂ ਹੋਣ, ਕਿਸੇ ਵਿਅਕਤੀ ਦੀ ਕੋਈ ਨਿੱਜੀ ਫੈਕਟਰੀ ਜਾਂ ਨਿੱਜੀ ਪ੍ਰੋਪਰਟੀ ਬਹੁਤੀ ਨਾ ਹੋਵੇ। ਉਹਦੇ ਵਿੱਚ ਸਾਰੇ ਜਣੇ ਕੰਮ ਕਰਨ, ਜੋ ਪ੍ਰੋਫਿਟ ਆ ਉਹਨਾਂ ਨੂੰ ਆਪਣੀ ਆਪਣੀ ਕਾਬਲੀਅਤ ਮੁਤਾਬਕ ਉਹਦਾ ਹਿੱਸਾ, ਉਹਨਾਂ ਨੂੰ ਉਹ ਤਨਖਾਹ ਉਹਨਾਂ ਨੂੰ ਮਿਲਦੀ ਰਹੇ, ਤਾਂ ਕਿ ਸਮਾਜ ਵਿੱਚ ਕੋਈ ਵਰਗ ਨਾ ਹੋਣ ਕਿ ਇੱਕ ਅਮੀਰ ਆ ਗਰੀਬ ਆ, ਸਾਰੇ ਬਰਾਬਰ ਹੋਣ, ਸਾਰਿਆਂ ਨੂੰ ਵਧੀਆ ਜਿਹੜਾ ਤਨਖਾਹ ਹੈ ਜਾਂ ਉਹਨਾਂ ਨੂੰ ਜੋ ਮਜ਼ਦੂਰੀ ਹੈ ਉਹ ਮਿਲੇ। ਉਹਦਾ ਮੇਨਲੀ ਇਹ ਸਿਧਾਂਤ ਸੀ। ਬਾਕੀ ਆਪਾਂ ਅੱਗੇ ਜਾ ਕੇ ਉਹਦੇ ਸਿਧਾਂਤ ਸਾਰੇ ਪੜ੍ਹਾਂਗੇ। ਸੋ ਅੱਗੇ ਅਸੀਂ ਇਹਨੂੰ ਪੜ੍ਹਦੇ ਹਾਂ ਵੀ ਮਾਰਕਸਵਾਦ ਪ੍ਰਸਿੱਧ ਜਰਮਨ ਵਿਦਵਾਨ ਕਾਰਲ ਮਾਰਕਸ ਦੇ ਵਿਚਾਰਾਂ 'ਤੇ ਆਧਾਰਿਤ ਹੈ, ਜਿਹਨੂੰ ਅਸੀਂ ਸਮਾਜਵਾਦ ਦਾ, ਮਾਰਕਸਵਾਦ ਦਾ ਪਿਤਾਮਾ ਮੰਨਦੇ ਹਾਂ। ਇਹ ਤੋਂ ਪਹਿਲਾਂ ਵੀ ਪਲੈਟੋ, ਰਾਬਰਟ ਓਵਨ, ਸੇਂਟ ਸਾਈਮਨ, ਚਾਰਲਸ ਫੋਰੀਅਰ, ਇਹਨਾਂ ਵਿਦਵਾਨਾਂ ਨੇ ਇਹਦੇ ਬਾਰੇ ਵਿਚਾਰ ਪੇਸ਼ ਕੀਤੇ ਸੀਗੇ, ਮਾਰਕਸਵਾਦ ਬਾਰੇ, ਸਮਾਜਵਾਦ ਬਾਰੇ, ਪਰ ਉਹਨਾਂ ਦੇ ਵਿਚਾਰਾਂ ਨੂੰ ਕਲਪਨਾਵਾਦੀ ਕਿਹਾ ਲੋਕਾਂ ਨੇ, ਵੀ ਇਹ ਕਲਪਨਾਵਾਦੀ ਆ। ਸਮਾਜਵਾਦ ਨੂੰ ਵਿਗਿਆਨਕ ਰੂਪ ਦੇਣ ਦਾ ਕੰਮ ਸਭ ਤੋਂ ਪਹਿਲਾਂ ਕਾਰਲ ਮਾਰਕਸ ਨੇ ਕੀਤਾ ਵਾ, ਅਤੇ ਕਾਰਲ ਮਾਰਕਸ ਨੇ ਪੂਰਾ ਵਰਣਨ ਕੀਤਾ ਵੀ ਜਿਹੋ ਜਿਹਾ ਸਮਾਜ ਉਹ ਬਣਾਉਣਾ ਚਾਹੁੰਦਾ ਉਹ ਕਿੱਦਾਂ ਬਣੂਗਾ। ਸੋ ਉਹਦਾ ਮੇਨ ਇਹੀ ਸੀ ਕਿ ਪੂੰਜੀਵਾਦੀ ਹੀ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਆ, ਅਤੇ ਪੂੰਜੀਵਾਦੀ ਦਾ ਸਮਾਪਤੀ ਜ਼ਰੂਰੀ ਹੈ, ਅਤੇ ਉਹਦੀ ਸਮਾਪਤੀ ਜਿਹੜੀ ਮਜ਼ਦੂਰ ਕਰ ਸਕਦੇ ਕ੍ਰਾਂਤੀ ਕਰਕੇ, ਔਰ ਸੱਤਾ ਖੋਹਣ ਉਹਨਾਂ ਕੋਲੋਂ, ਅਤੇ ਸਾਰੇ ਸਮਾਜ ਬਰਾਬਰ ਸਮਾਜ ਦਾ ਜਿਹੜਾ ਉਹ ਨਿਰਮਾਣ ਕਰਨ। ਉਹਦੇ ਰਾਜ ਸਮਾਜ ਵਿੱਚ ਕਹਿੰਦਾ ਰਾਜ ਦੀ ਕੋਈ ਥਾਂ ਨਹੀਂ ਹੈ ਵੀ ਇਹੋ ਜਿਹੀ ਉਹਦੇ ਮੁਤਾਬਕ ਇਹ ਸੀ ਕਿ ਜਿਹੜਾ ਰਾਜ ਹੈ, ਜੇਕਰ ਉਹਦੇ ਵਿੱਚ ਜਿਸ ਤਰ੍ਹਾਂ ਅੱਜ ਕੱਲ੍ਹ ਆਪਾਂ ਜਿਹੜੇ ਸਰਕਾਰਾਂ ਵੀ ਚੁਣਦੇ ਹਾਂ ਲੋਕਤੰਤਰੀ ਤੌਰ 'ਤੇ ਵੀ, ਉਹਨੂੰ ਵੀ ਉਹ ਵਿਰੋਧੀ, ਉਹ ਕਹਿੰਦਾ ਇਹਦੇ ਨਾਲ ਵੀ ਜਿਹੜੇ ਅਮੀਰ ਲੋਕ ਆ ਉਹੀ ਰਾਜ 'ਤੇ ਬੈਠਦੇ ਆ, ਇਸ ਲਈ ਰਾਜ ਨੂੰ ਉਹ ਬੁਰਾਈ ਮੰਨਦਾ ਵਾ। ਠੀਕ ਹੈ, ਸੋ ਆਪਾਂ ਨੂੰ ਇਹ ਡਿਟੇਲ ਤਾਂ ਕਾਫੀ ਜ਼ਿਆਦਾ ਹੈ, ਤੁਸੀਂ ਜਿੰਨਾ ਕੁ ਮੈਂ ਹਾਈਲਾਈਟ ਕਰ ਰਿਹਾ ਵਾਂ ਉਨਾ ਕੁ ਤੁਸੀਂ ਇਹਨੂੰ ਪੜ੍ਹ ਲੈਣਾ ਹੈ। ਠੀਕ ਹੈ, ਕਿਉਂਕਿ ਆਪਾਂ ਨੂੰ ਐਗਜ਼ਾਮ ਦੇ ਵਿੱਚ ਬਹੁਤੀ ਲੈਂਥ ਆਪਾਂ ਜ਼ਿਆਦਾ ਨਹੀਂ ਲਿਖਣੀ ਹੁੰਦੀ ਕਿਸੇ ਵੀ ਕੁਐਸਚਨ ਦੀ। ਓਕੇ, ਨੈਕਸਟ ਅਸੀਂ ਪੜ੍ਹਦੇ ਹਾਂ। ਅੱਗੇ ਅਸੀਂ ਮਾਰਕਸਵਾਦ ਦੇ ਜਿਹੜੇ ਮੁੱਖ ਸਿਧਾਂਤ ਆ ਉਹ ਪੜ੍ਹਾਂਗੇ, ਉੱਥੇ ਡਿਟੇਲ ਦੇ ਵਿੱਚ ਪੜ੍ਹਾਂਗੇ ਵੀ ਇਹਨੂੰ ਕਿਸ ਤਰ੍ਹਾਂ, ਕੀ ਥਿਊਰੀ ਹੈ ਉਹਦੀ। ਮਾਰਕਸਵਾਦ ਦੇ ਮੁੱਖ ਸਿਧਾਂਤ ਵੀ ਕਾਫੀ ਡਿਟੇਲ ਦੇ ਵਿੱਚ ਹੈ, ਆਪਾਂ ਇਹਨੂੰ ਸੰਖੇਪ ਦੇ ਵਿੱਚ ਕਰਾਂਗੇ। ਠੀਕ ਹੈ, ਭੌਤਿਕ ਦਵੰਦਵਾਦ ਵਿੱਚ ਵਿਸ਼ਵਾਸ। ਹਾਲਾਂਕਿ ਭੌਤਿਕ ਦਵੰਦਵਾਦ ਦਾ ਅੱਗੇ ਅਲੱਗ ਕੁਐਸਚਨ ਵੀ ਹੈ, ਅਸੀਂ ਉੱਥੇ ਵੀ ਪੜ੍ਹਾਂਗੇ। ਦਵੰਦਵਾਦ ਕੀ ਹੈ ਕਿ ਜਦੋਂ ਦਵੰਦਵਾਦ ਦਾ ਸ਼ਬਦ ਆ ਵੀ ਵਾਦ ਜਦੋਂ ਦੋ ਤਰ੍ਹਾਂ ਦਾ ਟਕਰਾਅ ਹੈ। ਠੀਕ ਹੈ, ਭੌਤਿਕ ਭਾਵ ਜਿਹੜਾ ਆਰਥਿਕ ਚੀਜ਼ ਹੈ। ਠੀਕ ਹੈ, ਸੋ ਇਹ ਹਮੇਸ਼ਾ ਇਹ ਹੀਗਲ ਦੀ ਵਿਚਾਰਧਾਰਾ ਵੀ ਸੀਗੀ ਇਹ, ਅਤੇ ਕਿ ਹਮੇਸ਼ਾ ਦੋ ਚੀਜ਼ਾਂ ਦਾ ਟਕਰਾਅ ਜਿਹੜਾ ਚੱਲਦਾ ਰਹਿੰਦਾ ਵਾ, ਵਾਦ ਵਿਵਾਦ ਚੱਲਦਾ ਰਹਿੰਦਾ ਵਾ। ਅਤੇ ਸੋ
ਜਿਹੜਾ ਇਹਦਾ ਅਰਥ ਕੀ ਹੈ ਆਪਾਂ ਪੜ੍ਹਦੇ ਹਾਂ। ਇੱਕ ਵਾਦ ਹੈ, ਦੂਜਾ ਪ੍ਰਤੀਵਾਦ ਹੈ। ਵਾਦ ਅਤੇ ਪ੍ਰਤੀਵਾਦ ਦਾ ਲਗਾਤਾਰ ਸੰਘਰਸ਼ ਚੱਲਦਾ, ਜਿਹਦੇ ਨਾਲ ਕੋਈ ਥਰਡ ਚੀਜ਼ ਜਿਹੜੀ ਪੈਦਾ ਹੁੰਦੀ, ਜਿਹਨੂੰ ਅਸੀਂ ਸੰਵਾਦ ਕਹਿ ਦਿੰਦੇ ਹਾਂ। ਸੋ ਇਸ ਤਰ੍ਹਾਂ ਜਿਹੜਾ ਭੌਤਿਕ ਤੌਰ 'ਤੇ ਕੀ ਹੈ ਕਿ ਜਿਹੜਾ ਪਦਾਰਥ ਹੈ, ਵੀ ਹਮੇਸ਼ਾ ਸਮਾਜ ਦੇ ਵਿੱਚ ਦੋ ਪਦਾਰਥਾਂ ਦਾ, ਦੋ ਚੀਜ਼ਾਂ ਦਾ ਟਕਰਾਅ ਚੱਲਦਾ ਰਹਿੰਦਾ ਵਾ। ਇੱਥੇ ਟਕਰਾਅ ਕਾਹਦਾ? ਉਹ ਮਜ਼ਦੂਰਾਂ ਦਾ ਅਤੇ ਅਮੀਰਾਂ ਦਾ, ਕਿ ਟਕਰਾਅ ਹਮੇਸ਼ਾ ਤੋਂ ਹੀ ਚੱਲਦਾ ਆਇਆ ਵਾ। ਔਰ ਕਾਰਲ ਮਾਰਕਸ ਨੇ ਜਿਹੜਾ ਵਾ ਆਪਣੇ ਸਿਧਾਂਤ ਦੀ ਭੌਤਿਕ ਦਵੰਦਵਾਦ ਦਾ ਕੀ ਭਾਵ ਆ ਉਹਦੇ ਤੋਂ, ਕਿ ਪਦਾਰਥ ਇੱਕੋ ਇੱਕ ਹਕੀਕਤ ਹੈ ਅਤੇ ਸਾਰੇ ਪਰਿਵਰਤਨਾਂ ਲਈ ਜ਼ਿੰਮੇਵਾਰ ਹੈ। ਪਦਾਰਥ ਭਾਵ ਜਿਹੜਾ ਮਟੀਰੀਅਲ ਹੈ ਜਾਂ ਇਕੋਨਮੀ ਹੈ, ਉਹ ਸੱਚਾਈ ਹੈ ਕਿ ਸਾਰੀ ਜਿਹੜੀ ਚੀਜ਼ ਹੈ ਪੈਸੇ ਮਗਰ, ਪਦਾਰਥਾਂ ਮਗਰ ਹੀ ਘੁੰਮਦੀ ਹੈ ਅਤੇ ਉਹ ਸਾਰੇ ਪਰਿਵਰਤਨਾਂ ਲਈ ਜ਼ਿੰਮੇਵਾਰ ਹੈ। ਹਰ ਵਸਤੂ ਸਥਿਤੀ ਪਰਿਵਰਤਨਸ਼ੀਲ ਹੈ। ਹਰ ਤੱਥ ਵਿੱਚ ਅੰਤਰ ਵਿਰੋਧ ਹੁੰਦਾ ਹੈ। ਸਥਾਨ ਅਤੇ ਸਥਿਤੀਆਂ ਵਿਕਾਸ ਨੂੰ ਜ਼ਰੂਰ ਪ੍ਰਭਾਵਿਤ ਕਰਦੀਆਂ ਨੇ। ਸੋ ਕਾਰਲ ਮਾਰਕਸ ਦਾ ਵੀ ਇਹੀ ਹੈ ਕਿ ਜਿਹੜਾ ਹਮੇਸ਼ਾ ਇੱਕ ਟਕਰਾਅ ਸਮਾਜ ਵਿੱਚ ਚੱਲਦਾ ਰਹਿੰਦਾ, ਜਿਹਦੇ ਨਾਲ ਇੱਕ ਨਵੀਂ ਚੀਜ਼ ਪੈਦਾ ਹੁੰਦੀ ਹੈ। ਇੱਥੇ ਸਮਝਣ ਵਾਸਤੇ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੈ ਇੰਗਲਸ ਨੇ, ਹਾਲਾਂਕਿ ਆਪਾਂ ਨੂੰ ਲਿਖਣ ਦੀ ਲੋੜ ਨਹੀਂ ਹੈ, ਉਹਨਾਂ ਲੈਂਥ ਬਹੁਤ ਵਧੇਗੀ, ਕਿ ਜਿਵੇਂ ਕਣਕ ਦਾ ਦਾਣਾ ਹੈ, ਜੇ ਅਸੀਂ ਉਹਨੂੰ ਬੀਜਦੇ ਹਾਂ ਧਰਤੀ ਦੇ ਵਿੱਚ ਤਾਂ ਉਹ ਦਾਣਾ ਫੁੱਟਦਾ ਹੈ। ਜਦੋਂ ਜ਼ਮੀਨ 'ਚ ਅਸੀਂ ਬੀਜਦੇ ਹਾਂ, ਨਮੀ ਦੇ ਨਾਲ, ਉਸ ਗਰਮੈਸ਼ ਦੇ ਨਾਲ, ਔਰ ਉਹਦੇ ਵਿੱਚੋਂ ਫਿਰ ਇੱਕ ਨਵਾਂ ਪੌਦਾ ਜਿਹੜਾ ਕਣਕ ਦਾ ਪੌਦੇ ਉਹ ਪੈਦਾ ਹੁੰਦੇ ਆ। ਅੱਗੇ ਉਸ ਪੌਦੇ ਤੋਂ ਅਨੇਕਾਂ ਬੀਜ ਤਿਆਰ ਹੋ ਜਾਂਦੇ ਆ। ਸੋ ਭਾਵ ਉਹ ਇੱਕ ਜਿਹੜਾ ਇਹ ਦੋ ਚੀਜ਼ਾਂ ਦਾ ਜਿਹੜਾ ਇੱਕ ਪ੍ਰਤੀਕਿਰਿਆ ਹੋਈ ਹੈ, ਇੱਕ ਬੀਜ ਨੂੰ ਬੀਜਿਆ ਔਰ ਉਹਦੀ ਜੋ ਧਰਤੀ ਦੇ ਵਿੱਚ ਗਰਮੈਸ਼ ਹੈ ਉਹਦੇ ਨਾਲ ਉਹਦੀ ਪ੍ਰਤੀਕਿਰਿਆ ਹੋਈ, ਜਿਹਦੇ ਨਾਲ ਇੱਕ ਹੋਰ ਜਿਹੜਾ ਬੂਟਾ ਜਾਂ ਜਿਹੜਾ ਪੌਦੇ ਆ ਉਹ ਪੈਦਾ ਹੋ ਗਏ। ਸੋ ਇਸ ਤਰ੍ਹਾਂ ਉਹ ਕਹਿੰਦੇ ਸਮਾਜ ਵਿੱਚ ਅੰਤਰ ਵਿਰੋਧ ਚੱਲਦਾ ਹੀ ਰਹਿੰਦਾ ਵਾ, ਜਿਹਦੇ ਨਾਲ ਤਬਦੀਲੀ ਆਉਣੀ ਲਾਜ਼ਮੀ ਹੈ। ਸੋ ਭੌਤਿਕ ਦਵੰਦ ਦਾ ਅਰਥ ਕੀ ਹੈ ਕਿ ਸਮਾਜ ਵਿੱਚ ਦੋ ਵਿਰੋਧੀ ਸ਼ਕਤੀਆਂ, ਪੂੰਜੀਪਤੀ ਅਤੇ ਮਜ਼ਦੂਰ ਵਰਗ ਹੁੰਦੀਆਂ, ਜਿਨ੍ਹਾਂ ਵਿੱਚ ਲਗਾਤਾਰ ਵਿਰੋਧ ਚੱਲਦਾ ਰਹਿੰਦਾ ਵਾ। ਅਤੇ ਇਹ ਉਦੋਂ ਤੱਕ ਵਿਰੋਧ ਚੱਲਦਾ ਜਦ ਤੱਕ ਇੱਕ ਵਰਗ ਰਹਿਤ ਸਮਾਜ ਦੀ ਸਥਾਪਨਾ ਨਹੀਂ ਹੋ ਜਾਂਦੀ। ਠੀਕ ਹੈ, ਤੁਸੀਂ ਇਹਨੂੰ ਲਾਸਟ 'ਤੇ ਜੋ ਆਪਾਂ, ਕਿਉਂਕਿ ਆਪਣੇ ਕੋਲ ਲੈਂਥ ਥੋੜ੍ਹੀ ਹੁੰਦੀ ਹੈ, ਸੋ ਲਾਸਟ ਵਾਲੀਆਂ 3-4 ਲਾਈਨਸ ਵੀ ਤੁਸੀਂ ਯਾਦ ਕਰਨੀਆਂ ਕਰ ਸਕਦੇ ਹੋ। ਬਾਕੀ ਸਮਝਣ ਲਈ ਹੈ ਕਿ ਦਵੰਦਵਾਦ ਕੀ ਹੈ, ਜੋ ਦੋ ਚੀਜ਼ਾਂ ਦਾ ਟਕਰਾਅ, ਵਾਦ ਵਿਵਾਦ। ਅਤੇ ਭੌਤਿਕ ਦਵੰਦਵਾਦ ਭਾਵ ਆਰਥਿਕ ਤੌਰ 'ਤੇ ਟਕਰਾਅ, ਔਰ ਹਮੇਸ਼ਾ ਹੀ ਉਹ ਕਹਿੰਦਾ ਟਕਰਾਅ ਹੁੰਦਾ ਕਿ ਅਮੀਰ ਵਿਅਕਤੀ ਹੈ ਕਿਵੇਂ ਕੋਈ ਪੈਸੇ ਹੋਰ ਜਮ੍ਹਾਂ ਹੋ ਜਾਣ, ਗਰੀਬ ਆਪਣੀ ਲੋੜਾਂ ਲਈ ਲੜਦਾ ਵਾ। ਦੋਵਾਂ ਦੇ ਹਿੱਤਾਂ ਦਾ ਟਕਰਾਅ ਚੱਲਦਾ ਹੀ ਰਹਿੰਦਾ ਵਾ। ਔਰ ਉਹਦਾ ਅੰਤ ਕਦੋਂ ਹੋਣਾ? ਜਦੋਂ ਸਮਾਜ ਵਿੱਚ ਬਰਾਬਰ ਸਮਾਜ ਸਥਾਪਿਤ ਹੋ ਗਿਆ, ਕੋਈ ਅਮੀਰ ਗਰੀਬ ਨਾ ਰਿਹਾ। ਓਕੇ, ਅਸੀਂ ਨੈਕਸਟ ਮੈਂ ਪੇਜ ਸਿਲੈਕਟ ਕਰਨ ਜਾ ਰਹੇ ਹਾਂ। ਇਤਿਹਾਸ ਦੀ ਭੌਤਿਕਵਾਦੀ ਵਿਆਖਿਆ। ਭਾਵ ਉਹਨੇ ਇਤਿਹਾਸ ਨੂੰ ਵੀ ਭੌਤਿਕਵਾਦੀ, ਭਾਵ ਇਤਿਹਾਸ ਨੂੰ ਵੀ ਉਹਨੇ ਪਦਾਰਥਾਂ ਦੇ ਪੱਖੋਂ, ਪੈਸਿਆਂ ਦੇ ਪੱਖੋਂ ਦੇਖਿਆ। ਉਹਦੇ ਮੁਤਾਬਕ ਕੀ ਹੈ ਕਿ ਹਰ ਯੁੱਗ ਦਾ ਇਤਿਹਾਸ ਅਤੇ ਸੱਭਿਅਤਾ ਸਾਨੂੰ ਉਸੇ ਜਮਾਤ ਦੀ ਹੁੰਦੀ ਜਿਹਦਾ ਉੱਤੇ ਕੰਟਰੋਲ ਹੁੰਦਾ ਵਾ, ਅਤੇ ਔਰ ਉਹ ਜਿਹਦਾ ਕੰਟਰੋਲ ਹੈ ਉਹਦੀ ਰੁਕਾਵਟ ਵੀ ਪਾਉਂਦਾ ਕਿ ਪਰਿਵਰਤਨ ਨਾ ਹੋਵੇ। ਭਾਵ ਇਤਿਹਾਸ ਕੌਣ ਲਿਖਾਉਂਦਾ ਵਾ? ਜਿਹਦਾ ਰਾਜ ਹੋਵੇ। ਔਰ ਉਹਨੇ ਇਤਿਹਾਸ ਵੀ ਆਪਣੇ ਮੁਤਾਬਕ ਹੀ ਲਿਖਾਉਣਾ ਵਾ, ਜਿਹੋ ਜਿਹਾ ਉਹਨੂੰ ਸੂਟ ਕਰਦਾ ਵਾ। ਠੀਕ ਹੈ। ਵਾਧੂ ਮੁੱਲ ਦਾ ਸਿਧਾਂਤ। ਵਾਧੂ ਮੁੱਲ ਦਾ ਸਿਧਾਂਤ ਕੀ ਹੈ ਕਾਰਲ ਮਾਰਕਸ ਦਾ? ਕਿ ਮਜ਼ਦੂਰ ਦੀ, ਜਦੋਂ ਕੋਈ ਵੀ ਚੀਜ਼ ਪੈਦਾ ਹੁੰਦੀ ਹੈ, ਮਜ਼ਦੂਰ ਦੀ ਮਜ਼ਦੂਰੀ ਅਤੇ ਪੈਦਾ ਕੀਤੀ ਵਸਤੂ ਦੇ ਮੁੱਲ ਵਿੱਚ ਜੋ ਅੰਤਰ ਹੈ ਉਸ ਨੂੰ ਕਾਰਲ ਮਾਰਕਸ ਵਾਧੂ ਮੁੱਲ ਮੰਨਦਾ ਹੈ, ਜਿਸ ਨੂੰ ਮਜ਼ਦੂਰ ਨੂੰ ਦੇਣਾ ਚਾਹੁੰਦਾ ਹੈ, ਪਰ ਅਸਲ ਵਿੱਚ ਉਹ ਪੂੰਜੀਪਤੀ ਦੀ ਜੇਬ ਵਿੱਚ ਚਲਾ ਜਾਂਦਾ ਵਾ, ਅਤੇ ਜਿਸ ਦੇ ਵਿੱਚੋਂ ਮਜ਼ਦੂਰ ਹੋਰ ਗਰੀਬ ਅਤੇ ਪੂੰਜੀਪਤੀ ਹੋਰ ਅਮੀਰ ਹੋ ਜਾਂਦਾ ਵਾ। ਗਰੀਬਾਂ ਦਾ ਸ਼ੋਸ਼ਣ ਹੁੰਦਾ। ਭਾਵ ਇੱਕ ਚੀਜ਼ ਦਾ ਰੇਟ ਕੀ ਹੁੰਦਾ ਵਾ ਕਿ ਉੱਤੇ ਜੋ ਸਾਡੀ ਜਿਹੜੀ ਹੈ ਪਦਾਰਥ ਲੱਗੇ ਉਹਨੂੰ ਬਣਾਉਣ ਵਾਸਤੇ, ਪਲੱਸ ਮਜ਼ਦੂਰੀ ਕਿੰਨੀ ਲੱਗੀ। ਫਿਰ ਉਹਨੂੰ ਵੇਚਣ ਲਈ ਕੰਪਨੀਆਂ, ਜੇ ਕੋਈ ਚੀਜ਼ 'ਤੇ ਲਾਗਤ ਮੰਨ ਲਓ 50 ਰੁਪਏ ਆਈ ਹੈ ਮਜ਼ਦੂਰੀ ਪਾ ਕੇ, ਔਰ ਉਹਨੂੰ ਵੇਚਿਆ 100 ਰੁਪਏ ਵਿੱਚ ਹੈ, ਤਾਂ 50 ਰੁਪਏ ਉਹਦਾ ਪ੍ਰੋਫਿਟ ਹੈ, ਵਾਧੂ ਮੁੱਲ ਹੈ 50 ਰੁਪਏ। ਉਹ 50 ਰੁਪਏ ਕੌਣ ਰੱਖ ਜਾਂਦਾ ਵਾ? ਪੂੰਜੀਪਤੀ। ਉਹ ਕਹਿੰਦਾ ਉਹ ਵਾਧੂ ਜਿਹੜਾ ਪ੍ਰੋਫਿਟ ਹੈ, ਉਹ ਪ੍ਰੋਫਿਟ ਵਿੱਚ ਵੀ ਮਜ਼ਦੂਰ ਦਾ ਹੱਥ, ਜਿਹੜਾ ਉਹਦਾ ਵੀ
ਉਹਦੇ ਵਿੱਚ ਹਿੱਸਾ ਬਣਦਾ, ਉਹਦਾ ਪੱਖ ਬਣਦਾ, ਕਿਉਂਕਿ ਉਹਨੇ ਉਹ ਚੀਜ਼ ਪੈਦਾ ਕੀਤੀ ਹੈ। ਸੋ ਇਹਨੂੰ ਉਹ ਵਾਧੂ ਮੁੱਲ ਦਾ ਸਿਧਾਂਤ ਕਹਿੰਦਾ ਵਾ। ਵਰਗ ਸੰਘਰਸ਼। ਸੋ ਕਾਰਲ ਮਾਰਕਸ ਅਨੁਸਾਰ ਸ਼ੁਰੂ ਤੋਂ ਹੀ ਸਮਾਜ ਦੋ ਵਰਗਾਂ ਵਿੱਚ ਵੰਡਿਆ ਗਿਆ ਵਾ, ਪੂੰਜੀਪਤੀ ਅਤੇ ਮਜ਼ਦੂਰ, ਅਮੀਰ ਗਰੀਬ। ਇਹ ਲਗਾਤਾਰ ਸੰਘਰਸ਼ ਇਹਨਾਂ ਦੇ ਵਿਚਕਾਰ ਚੱਲਦਾ ਰਿਹਾ, ਜਿਹਦੇ ਵਿੱਚ ਜਿਹੜੇ ਅਮੀਰ ਆ ਉਹ ਗਰੀਬਾਂ ਦਾ ਸ਼ੋਸ਼ਣ ਕਰਦੇ ਆ। ਸੋ ਅੱਗੇ ਪੂੰਜੀਵਾਦ ਦਾ ਆਤਮਨਾਸ਼। ਮਾਰਕਸਵਾਦ ਦਾ ਵਿਸ਼ਵਾਸ ਹੈ ਕਿ ਪੂੰਜੀਵਾਦ ਆਪਣੇ ਆਪ ਹੀ ਖਤਮ ਹੋਈ ਜਾਂਦਾ ਵਾ, ਕਿਉਂਕਿ ਇਹਦੇ ਜਿਹੜੇ ਛੋਟੇ ਪੂੰਜੀਪਤੀ ਆ ਉਹਨਾਂ ਨੂੰ ਵੱਡੇ ਪੂੰਜੀਪਤੀ ਖਤਮ ਕਰੀ ਜਾਂਦੇ ਆ। ਜਿਹੜੇ ਵੱਡੇ ਪੂੰਜੀਪਤੀ ਉਹ ਉਹਨਾਂ ਦੇ ਬਿਜ਼ਨਸ ਸਥਾਪਿਤ ਹੋਈ ਜਾਂਦੇ ਆ, ਛੋਟੇ ਖਤਮ ਹੋਈ ਜਾਂਦੇ। ਇਸ ਤਰ੍ਹਾਂ ਉਹ ਕਹਿੰਦਾ ਇੱਕ ਦਿਨ ਪੂੰਜੀਪਤੀ ਘੱਟ ਜਾਣੇ ਆ ਅਤੇ ਮਜ਼ਦੂਰ ਵੱਧ ਜਾਣੇ, ਇਸ ਕਰਕੇ ਉਹਨਾਂ ਨੂੰ ਖਤਮ ਕਰਨਾ ਬਹੁਤ ਸੌਖਾ ਹੋ ਜਾਊਗਾ। ਵੀ ਪੂੰਜੀਪਤੀ ਭਾਵ ਜਿਹੜੇ ਵੱਡੇ ਅਮੀਰ ਲੋਕ ਉਹ ਤਾਂ ਬਚੇ ਰਹਿਣਗੇ, ਪਰ ਉਹ ਛੋਟੇ ਅਮੀਰਾਂ ਨੂੰ ਵੀ ਖਤਮ ਕਰੀ ਜਾਂਦੇ ਆ, ਔਰ ਉਹ ਛੋਟੇ ਅਮੀਰ ਵੀ ਫਿਰ ਗਰੀਬਾਂ 'ਚ ਹੀ ਲੜੀ ਜਾਂਦੇ ਆ, ਕਿਉਂਕਿ ਖੁੱਲ੍ਹਾ ਮੁਕਾਬਲਾ ਵਾ। ਔਰ ਖੁੱਲ੍ਹੇ ਮੁਕਾਬਲੇ ਵਿੱਚ ਉਹੀ ਪਰਸਨ ਜਿਹੜਾ ਜਿੰਦਾ ਰਹੂ ਜੇ ਕੋਈ ਜ਼ਿਆਦਾ ਧਨ ਦੌਲਤ ਹੈ, ਜਿਹੜੇ ਜ਼ਿਆਦਾ ਸਾਧਨ ਨੇ ਜਿਹਦੇ ਕੋਲ। ਰਾਜ ਦੇ ਅਲੋਪ ਹੋਣ ਵਿੱਚ ਵਿਸ਼ਵਾਸ। ਅਤੇ ਮਾਰਕਸਵਾਦੀ ਜਿਹੜੇ ਆ ਉਹ ਰਾਜ ਨੂੰ ਇੱਕ ਬੁਰਾਈ ਮੰਨਦੇ ਆ। ਕਹਿੰਦੇ ਇਹ ਸ਼ੋਸ਼ਣ ਕਰਦਾ ਵਾ, ਇਸ ਕਰਕੇ ਇਹਨੂੰ ਖਤਮ ਹੋ ਜਾਣਾ ਚਾਹੀਦਾ ਵਾ। ਅਤੇ ਜਿਹੜਾ ਪੂੰਜੀਵਾਦ ਦਾ ਜਦੋਂ ਨਾਸ਼ ਹੋ ਜਾਊਗਾ ਤਾਂ ਰਾਜ ਦੀ ਕੋਈ ਜ਼ਰੂਰਤ ਹੀ ਨਹੀਂ ਹੋਵੇਗੀ। ਕ੍ਰਾਂਤੀਕਾਰੀ ਤਰੀਕਿਆਂ ਵਿੱਚ ਵਿਸ਼ਵਾਸ। ਅਤੇ ਮਾਰਕਸਵਾਦੀ ਮੰਨਦੇ ਕਿ ਰਾਜ ਦੀ ਪਕੜ ਬਹੁਤ ਜ਼ਿਆਦਾ ਹੈ, ਇਸ ਕਰਕੇ ਕ੍ਰਾਂਤੀਕਾਰੀ ਤਰੀਕੇ ਭਾਵ ਚਾਹੇ ਹਿੰਸਾ ਕਰਕੇ, ਜ਼ੋਰ ਜ਼ਬਰਦਸਤੀ ਕਰਕੇ ਵੀ ਰਾਜ ਖੋਣਾ ਪਵੇ ਤਾਂ ਵੀ ਕੋਈ ਗਲਤ ਨਹੀਂ ਹੈ। ਉਹ ਕ੍ਰਾਂਤੀਕਾਰੀ ਤਰੀਕਿਆਂ 'ਚ ਵਿਸ਼ਵਾਸ ਰੱਖਦੇ ਆ। ਇੱਕ ਪਾਰਟੀ ਸ਼ਾਸਨ ਵਿੱਚ ਵਿਸ਼ਵਾਸ। ਮਾਰਕਸਵਾਦੀ ਅਨੁਸਾਰ ਜਦੋਂ ਰਾਜ ਖਤਮ ਹੋ ਗਿਆ ਨਾ, ਫਿਰ ਜਿਹੜੀ ਸੱਤਾ ਵਾ ਉਹ ਕੇਵਲ ਇੱਕ ਪਾਰਟੀ ਕੋਲ ਹੋਵੇ। ਜਿਵੇਂ ਹੁਣ ਸਾਡੇ ਦੇਸ਼ ਵਿੱਚ ਲੋਕਤੰਤਰੀ ਰਾਜ ਆ, ਮਾਰਕਸਵਾਦ ਨਗਾ ਆਪਣੇ ਕਈ ਪਾਰਟੀਆਂ ਨੇ, ਕਾਂਗਰਸ ਹੈ, BJP ਹੈ, ਅਕਾਲੀ ਦਲ ਹੈ। ਉਹ ਸਾਰੀਆਂ ਪਾਰਟੀਆਂ ਚੋਣਾਂ ਲੜਦੀਆਂ, ਜਿਹੜੀ ਜਿੱਤਦੀ ਆ ਉਹ ਸਰਕਾਰ ਬਣਾਉਂਦੀ ਹੈ। ਮਾਰਕਸਵਾਦ ਦਾ ਸੀ ਕਿ ਇੱਕੋ ਪਾਰਟੀ ਹੋਵੇ, ਜਿਹੜੀ ਪਾਰਟੀ ਮਾਰਕਸਵਾਦ ਦੇ ਵਿਚਾਰਾਂ 'ਤੇ ਚੱਲੇ, ਸਮਾਜਵਾਦ ਦੇ ਵਿਚਾਰਾਂ 'ਤੇ ਚੱਲੇ, ਔਰ ਉਹੀ ਵੱਖ-ਵੱਖ ਆਦਮੀ ਖੜ੍ਹੇ ਕਰੇ, ਭਾਵ ਵਿਚਾਰਧਾਰਾ ਇੱਕ ਹੀ ਰਹੇ। ਚੀਨ, ਜਿਹੜੇ ਰੂਸ, ਇਹ ਮਾਰਕਸਵਾਦੀ ਵਿਚਾਰਧਾਰਾ ਦੇ ਦੇਸ਼ ਆ, ਉੱਥੇ ਇਹ ਵਿਚਾਰਧਾਰਾ ਚੱਲਦੀ ਆ। ਉਦੇਸ਼ ਸਾਧਨਾਂ ਦੀ ਉਚਿਤਤਾ ਦੱਸਦੇ ਹਨ ਕਿ ਉਹਦਾ ਮਾਰਕਸਵਾਦ ਦਾ ਵਿਚਾਰਧਾਰਾ ਵੀ ਜੇਕਰ ਸਾਡਾ ਉਦੇਸ਼ ਸਹੀ ਹੈ ਨਾ, ਉਹ ਦੇਸ਼ ਦੀ ਪ੍ਰਾਪਤੀ ਲਈ ਕੋਈ ਵੀ ਸਾਧਨ ਅਪਣਾ ਸਕਦੇ ਹਾਂ, ਚਾਹੇ ਧੋਖਾ ਕਰ ਲਓ, ਚਾਹੇ ਹਿੰਸਾ ਕਰ ਲਓ, ਜੋ ਮਰਜ਼ੀ। ਜੇ ਤੁਹਾਡਾ ਉਦੇਸ਼ ਸਹੀ ਆ ਕਿ ਤੁਸੀਂ ਇੱਕ ਵਧੀਆ ਸਮਾਜ ਸਥਾਪਨਾ ਕਰਨੀ ਆ, ਅਤੇ ਚਾਹੇ ਤਰੀਕਾ ਤੁਸੀਂ ਜਿਹੜਾ ਮਰਜ਼ੀ ਅਪਣਾ ਸਕਦੇ ਆ। ਧਰਮ ਦਾ ਵਿਰੋਧ। ਜਿਹੜੇ ਮਾਰਕਸਵਾਦੀ ਆ ਉਹ ਧਰਮ ਨੂੰ ਦਾ ਵਿਰੋਧ ਕਰਦੇ। ਉਹ ਕਹਿੰਦੇ ਧਰਮ ਜਿਹੜਾ ਹੈ ਉਹ ਅਮੀਰ ਲੋਕਾਂ ਨੇ ਬਣਾਇਆ ਹੋਇਆ ਵਾ, ਗਰੀਬ ਲੋਕ ਧਰਮ 'ਚ ਹੀ ਲੱਗੇ ਰਹਿੰਦੇ ਆ, ਅਤੇ ਉਹ ਆਪਣੀ ਹਾਲਾਤ ਸੁਧਾਰਨ ਬਾਰੇ ਨਹੀਂ ਸੋਚਦੇ। ਉਹਨੂੰ ਕਹਿੰਦੇ ਕਿ ਇੱਦਾਂ ਹੀ ਸਾਡੀ ਕਿਸਮਤ 'ਚ ਇਹ ਆ। ਉਹ ਧਰਮ ਨੂੰ ਇੱਕ ਅਫੀਮ ਕਹਿੰਦਾ ਵਾ ਕਿ ਰਾਜ ਅਤੇ ਅਮੀਰ ਲੋਕਾਂ ਨੇ ਇਹ ਬਣਾਇਆ ਵਾ ਤਾਂ ਕਿ ਗਰੀਬ ਲੋਕ ਇਸੇ 'ਚ ਹੀ ਫਸੇ ਰਹਿਣ। ਮਜ਼ਦੂਰ ਵਰਗ ਦੀ ਤਾਨਾਸ਼ਾਹੀ। ਮਾਰਕਸਵਾਦ ਦਾ ਵਿਚਾਰਧਾਰਾ ਵੀ ਪੂੰਜੀਵਾਦ ਖਤਮ ਹੋ ਜਾਵੇ ਅਤੇ ਸਾਰੀ ਸ਼ਕਤੀ ਮਜ਼ਦੂਰ ਵਰਗ ਦੇ ਹਿੱਤਾਂ ਵਿੱਚ ਆ ਜਾਵੇ, ਅਤੇ ਤਾਂ ਕਿ ਸਾਰਾ ਕੰਟਰੋਲ ਮਜ਼ਦੂਰਾਂ ਦਾ ਸਥਾਪਿਤ ਹੋ ਜਾਵੇ, ਮਜ਼ਦੂਰ ਵਰਗ ਦੀ ਤਾਨਾਸ਼ਾਹੀ ਸਥਾਪਿਤ ਹੋਵੇ। ਕਿ ਮੈਂ ਨੈਕਸਟ ਫੋਟੋ ਸਿਲੈਕਟ ਕਰਨ ਜਾ ਰਿਹਾ। ਨਿੱਜੀ ਖੇਤਰ ਦਾ ਵਿਰੋਧ। ਸੋ ਮਾਰਕਸਵਾਦੀ ਨਿੱਜੀ ਖੇਤਰ ਨੂੰ ਖਤਮ ਕਰਕੇ ਸਮੂਹਕ ਅਧਿਕਾਰ ਖੇਤਰ ਕਾਇਮ ਕਰਨਾ ਚਾਹੁੰਦੇ ਆ, ਤਾਂ ਕਿ ਜੋ ਵੀ ਉਤਪਾਦਨ ਉਹਦਾ ਸਾਧਨਾਂ ਦਾ ਪ੍ਰਯੋਗ ਸਮੂਹਕ ਭਲਾਈ ਲਈ ਹੋਵੇ। ਭਾਵ ਨਿੱਜੀ ਸੰਪਤੀ ਦਾ ਜਿਹੜਾ ਵਾ ਉਹ ਨਹੀਂ ਚਾਹੁੰਦੇ ਵੀ ਭਾਵੇਂ ਨਹੀਂ ਇੱਕ ਵਿਅਕਤੀ ਦੀ ਪ੍ਰੋਪਰਟੀ ਹੋਵੇ, ਉਹਦੀ ਫੈਕਟਰੀਆਂ ਹੁਣ ਉਹ ਕਹਿੰਦੇ ਫੈਕਟਰੀ ਸਮਾਜ ਦੀ ਹੋਵੇ, ਸਾਰੇ ਉਹ 'ਚ ਕੰਮ ਕਰਨ ਅਤੇ ਆਪਦੇ ਕੰਮ ਮੁਤਾਬਕ ਉਹ ਪੈਸੇ ਲੈ ਲੈਣ। ਸੋ ਜਿਹੜਾ ਮਾਰਕਸਵਾਦ ਹੈ ਨਿੱਜੀ ਸੰਪਤੀ ਦਾ ਖਾਤਮਾ ਚਾਹੁੰਦੇ ਆ। ਮਾਰਕਸਵਾਦ ਨੂੰ ਸਾਰੇ ਸੰਸਾਰ ਵਿੱਚ ਫੈਲਾਉਣਾ। ਉਹ ਚਾਹੁੰਦੇ ਕਿ ਅੰਤਰਰਾਸ਼ਟਰੀ ਲਹਿਰ ਬਣੇ ਅਤੇ ਸਾਰੇ ਸੰਸਾਰ ਵਿੱਚ ਇਹਨੂੰ ਫੈਲਾਈਏ। ਵਿਗਿਆਨਗੀ ਦਾ ਸਿਧਾਂਤ। ਮਾਰਕਸਵਾਦੀ ਅਨੁਸਾਰ ਜਿਹੜਾ ਪੂੰਜੀਵਾਦੀ ਸਮਾਜ ਨਾ, ਇਹ 'ਚ ਮਜ਼ਦੂਰ ਆਪਣੇ ਆਪ ਨੂੰ ਬੇਗਾਨਾ ਸਮਝਦਾ ਵਾ, ਉਹਦੀ ਰੁਚੀ ਨਹੀਂ ਹੁੰਦੀ ਕੰਮ ਕਰਨ ਵਿੱਚ, ਕਿਉਂਕਿ ਉਹਨੂੰ ਉਹਦੇ 'ਚੋਂ ਇਕੱਲੀ ਮਜ਼ਦੂਰੀ ਮਿਲਣੀ ਹੈ, ਉਹ ਲਾਭ ਦਾ ਹਿੱਸਾ ਤਾਂ ਮਿਲਣਾ ਨਹੀਂ। ਇਸ ਕਰਕੇ ਉਹ ਆਪਣੇ ਆਪ ਕੋਈ ਨਵੀਂ ਚੀਜ਼ ਜਾਂ ਵੱਧ ਮਿਹਨਤ ਨਹੀਂ ਕਰਦਾ, ਉਹ ਬੇਗਾਨਾ ਸਮਝਦਾ ਵਾ।
ਸੋ ਵਰਗ ਰਹਿਤ ਅਤੇ ਰਾਜ ਰਹਿਤ ਸਮਾਜ ਦੀ ਸਥਾਪਨਾ। ਜੋ ਮਾਰਕਸਵਾਦੀ ਹੈ ਉਹਨਾਂ ਦਾ ਉਦੇਸ਼ ਆ ਵੀ ਇਹੋ ਜਿਹਾ ਦੇਸ਼ ਬਣਾਉਣਾ, ਸਮਾਜ ਬਣਾਉਣਾ ਜਿਹਦੇ ਵਿੱਚ ਕੋਈ ਵਰਗ ਨਾ ਹੋਣ, ਕੋਈ ਅਮੀਰ ਗਰੀਬ ਨਾ ਹੋਣ, ਸਾਰੇ ਇੱਕੋ ਜਿਹੇ ਹੋਣ। ਠੀਕ ਹੈ। ਅੱਗੇ ਉਹਨਾਂ ਨੇ ਉਹਦੀ ਕਰਨਾ ਕਿਵੇਂ ਹੈ, ਸਥਾਪਨਾ ਕਿਵੇਂ ਕਰਨੀ ਹੈ। ਪਹਿਲਾਂ ਤੋਂ ਕਹਿੰਦੇ ਸਮਾਜਿਕ ਕ੍ਰਾਂਤੀ ਆਵੇ। ਉਹਦਾ ਭਾਵ ਜਿਹੜਾ ਸਮਾਜ ਦੇ ਵਿੱਚ ਹੌਲੀ ਹੌਲੀ ਜਿਹੜਾ ਲੋਕਾਂ ਦੇ ਵਿੱਚ ਇਹਦਾ ਪ੍ਰਚਾਰ ਕਰੋ, ਸਮਾਜ ਨੂੰ ਸੰਗਠਿਤ ਕਰੋ, ਗਰੀਬਾਂ ਨੂੰ ਸੰਗਠਿਤ ਕਰੋ, ਤਾਂ ਕਿ ਜਿਹੜਾ ਫਿਰ ਸੰਗਠਿਤ ਹੋ ਕੇ ਸਾਰੇ ਮਜ਼ਦੂਰ ਹਿੰਸਾ ਦੁਆਰਾ ਉਹਨਾਂ ਨੂੰ ਆਪਣੀ ਸੱਤਾ ਆਪਦੇ ਹੱਥਾਂ 'ਚ ਲੈ ਲੈਣੀ ਚਾਹੀਦੀ ਹੈ। ਮਜ਼ਦੂਰ ਵਰਗ ਦੀ ਤਾਨਾਸ਼ਾਹੀ, ਜਦੋਂ ਰਾਜ ਹੱਥਾਂ ਵਿੱਚ ਆ ਗਿਆ ਤਾਂ ਸਾਰਾ ਕੰਟਰੋਲ ਮਜ਼ਦੂਰਾਂ ਨੂੰ ਆਪਣੇ ਹੱਥ ਵਿੱਚ ਕਰ ਲੈਣਾ ਚਾਹੀਦਾ ਵਾ। ਪੂੰਜੀਵਾਦ, ਨਿੱਜੀ ਸੰਪਤੀ, ਸਾਰਾ ਕੁਝ ਖਤਮ ਕਰ ਲੈਣਾ ਚਾਹੀਦਾ ਵਾ। ਵਰਗ ਰਹਿਤ ਅਤੇ ਰਾਜ ਰਹਿਤ ਸਮਾਜ, ਇਸ ਤਰ੍ਹਾਂ ਫਿਰ ਇੱਕ ਪੂੰਜੀਵਾਦ ਦਾ ਖਤਮ ਹੋ ਜੂ ਜਦੋਂ ਸਾਰੇ ਫਿਰ ਬਰਾਬਰ ਹੋ ਜਾਣਗੇ, ਕੋਈ ਅਮੀਰ ਗਰੀਬ ਨਹੀਂ ਹੋਵੇਗਾ, ਸਾਰੇ ਕੰਮ ਕਰਨਗੇ ਅਤੇ ਆਪਣੀ ਕੰਮ ਮੁਤਾਬਕ ਆਪਣੀ ਜੋ ਵੀ ਉਹਨਾਂ ਦੀ ਕਾਬਲੀਅਤ ਹੈ ਉਹਦੇ ਮੁਤਾਬਕ ਉਹਨਾਂ ਨੂੰ ਤਨਖਾਹ ਮਿਲੇਗੀ। ਸੋ ਇਹ ਮੇਨਲੀ ਇਹਦੇ ਪੁਆਇੰਟ ਨੇ, ਇਹਨਾਂ ਨੂੰ ਪੜ੍ਹੋ ਜੇਕਰ ਕਿਸੇ ਵੀ ਪੁਆਇੰਟ ਨੂੰ ਕਲੀਅਰ ਨਹੀਂ ਹੈ। ਬਾਕੀ ਮੈਂ ਹਾਈਲਾਈਟ ਮੇਨ ਹੀ ਕੀਤਾ ਹੈ ਅਤੇ ਤੁਸੀਂ ਮੇਨ ਜਿਹੜੇ ਹੈਡਿੰਗਸ ਹੈ ਉਹਦੇ ਯਾਦ ਕਰ ਲੈਣੇ ਨੇ। ਜਿਵੇਂ ਤੁਹਾਨੂੰ ਬਹੁਤੀ ਲੈਂਥ ਨਹੀਂ ਹੋਣੀ, ਜਿਵੇਂ 15ਵਾਂ ਪੁਆਇੰਟ ਹੈ ਇਹਦੇ ਵੀ ਤੁਸੀਂ ਕੇਵਲ 3 ਪੁਆਇੰਟ ਹੈਡਿੰਗਾਂ ਦੇ ਵਿੱਚ ਲਿਖਣ ਦੀ ਲੋੜ ਨਹੀਂ। ਇਹਨੂੰ ਸਿੰਪਲ ਤੁਸੀਂ ਉੱਪਰਲਾ ਪੁਆਇੰਟ ਹੀ ਵਰਗ ਰਹਿਤ ਅਤੇ ਰਾਜ ਰਹਿਤ ਸਮਾਜ ਦੀ ਸਥਾਪਨਾ ਉਹੀ ਲਿਖ ਸਕਦੇ ਆ। ਅੱਗੇ 3 ਪੁਆਇੰਟ ਐਕਸਪਲੇਨ ਕਰਨ ਦੀ ਲੋੜ ਨਹੀਂ ਹੈ। ਬਾਕੀ ਵੀ ਜਸਟ ਮੇਨ ਹੀ ਯਾਦ ਕਰਨਾ, ਤੁਸੀਂ ਬਹੁਤੀ ਡਿਟੇਲ ਯਾਦ ਨਹੀਂ ਕਰਨੀ। ਜਿੰਨਾ ਕੁ ਮੈਂ ਹਾਈਲਾਈਟ ਕਰ ਰਿਹਾ ਇੰਨਾ ਕੁ ਲਿਖ ਕੇ ਤੁਸੀਂ ਆਪਣਾ ਨੋਟਸ ਵੀ ਉਹਨੂੰ ਬਣਾ ਸਕਦੇ ਹੋ। ਠੀਕ ਹੈ। ਓਕੇ, ਥੈਂਕ ਯੂ ਬੱਚੋ। ਕੋਈ ਪ੍ਰੋਬਲਮ ਹੈ ਪੁੱਛ ਲੈਣਾ।